लिखिया है कि जिहड़े वो न्यायियां दा समा सी, किन्हां दा समा सीगा? न्यायियां दा समा सी। परमेश्वर उस टाइम दे विच किसी नूं भी राजा थापिया नहीं हुंदा सी। लोग अपनी मर्जी दे नाल चलदे सीगे। लोग की करदे सीगे? अपनी मर्जी दे नाल चलदे सीगे। उन्हां दे विच कहदा कानून सिर्फ परमेश्वर दा ही सीगा। उन्हां दे उत्ते कोई इख्तियार वाला आदमी नहीं सीगा। और रब दी बाणी सिद्धा उन्हां लोकां दे कोल आउंदी सीगी ਜਿਹੜੇ ਉਹਨਾਂ ਦੇ ਨਬੀ, ਜਿਹੜੇ ਉਹਦੇ ਨਿਆਈ ਠਹਿਰਾਏ ਹੁੰਦੇ ਸੀਗੇ। ਗੁਰੂ ਸਾਹਿਬ ਕੀ ਠਹਿਰਾਏ ਹੁੰਦੇ ਸੀਗੇ? ਨਿਆਈ ਠਹਿਰਾਏ ਹੁੰਦੇ ਸੀਗੇ। ਹਾਲੇਲੂਇਆ। ਪਿੱਛੇ ਜਿਹੜਾ ਇੱਕ ਦਿਨ ਜਾ ਕੇ ਸਭ ਕੰਟਰੋਲ ਕਰੇ ਕਿ ਬੱਚੇ ਗੜਬੜੀ ਨਾ ਪਾਣ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਿੱਛੇ ਇੱਕ ਭਾਈ ਜਾ ਕੇ ਬੈਠ ਜਾਵੇ और थोड़ा ध्यान रखे कि बच्ची गड़बड़ी न पान। हालेलुया, हालेलुया। बोलो प्रभु यीशु मसीह की जय, प्रभु यीशु मसीह की जय। हालेलुया, हालेलुया, हालेलुया। और उस जगह ते लिखा है प्रभु की बाणी दे विच कि ਉਹ ਲੋग ਜਿਹੜੇ ਪ੍ਰਭੂ ਨੂੰ ਮੰਨਦੇ ਸੀਗੇ, ਪ੍ਰਭੂ ਦੇ ਵਿੱਚ ਚੱਲਦੇ ਸੀ, ਪ੍ਰਭੂ ਉਹਨਾਂ ਨਾਲ ਗੱਲਬਾਤ ਕਰਦਾ ਸੀਗਾ। ਹਾਲੇਲੁਇਆ। ਉਹ ਭੇਟਾਂ ਚੜਾਉਣ ਦੇ ਲਈ ਯਰੂਸ਼ਲਮ ਜਾਂਦੇ ਸੀਗੇ। ਹਾਲੇਲੂਇਆ। ਜਿਵੇਂ ਅਸੀਂ ਅੱਜ ਪ੍ਰਭੂ ਦੀ ਆਰਾਧਨਾ ਕਰਨ ਦੇ ਲਈ ਚਰਚ ਵਿੱਚ ਆਉਂਦੇ ਆ। ਹਾਲੇਲੂਇਆ। ਬੋਲੋ ਪ੍ਰਭੂ ਯੀਸ਼ੂ ਮਸੀਹ ਕੀ, ਪ੍ਰਭੂ ਯੀਸ਼ੂ ਮਸੀਹ ਕੀ ਜੈ। ਹਾਲੇਲੂਇਆ। ਸੋ ਪ੍ਰਭੂ ਦੇ ਅਜ਼ੀਜ਼ ਭੈਣ ਭਾਈਓ, ਜਿਹੜੀ ਯੂਰਪ ਸੀਗੀ ਇਹ ਮੁਆਬ ਦੇਸ਼ ਦੇ ਰਹਿਣ ਵਾਲੀ ਸੀ। ਕਿਹੜੇ ਦੇਸ਼ ਦੇ ਰਹਿਣ ਵਾਲੀ ਸੀਗੀ? ਬੋਲੋ ਸਾਰੇ। ਮੁਆਬ ਕੀ ਸੀਗੇ? ਮੁਆਬ। मैं चाहना कि भैना बुलंद हो जान। की हो जाना? बुलंद हो जान, पूरा जोश विच आ जान। हालेलुया, 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 हालेलुया। बोलो प्रभु यीशु मसीह की जय। कि भैना पूरे जोश च आ जान, पूरी ताकत विच आ जान। अज प्रचार सिर्फ भैना दे लई है। जे भाई भी एक्सेप्ट अपनी जिंदगी विच कर लैणगे। हालेलुया, हालेलुया। सो बाणी च लिखिया कि जिहड़ी रूत सीगी वो मुआब शहर दे रहन वाली सी, मुआबर सीगी। की सीगी? मुआबर सीगी। वो इजराइल दे विच पैदा होने वाली नहीं सी। हालेलुया, 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 हालेलुया। बोलो प्रभु यीशु मसीह की जय, प्रभु यीशु मसीह की जय। ਅਸੀਂ ਇੱਕ ਦੀ ਦੋ ਆਇਤ ਨੂੰ ਪੜਾਂਗੇ। ਉਸ ਮਨੁੱਖ ਦਾ ਨਾਮ ਅਲੀ ਮਲਕ ਅਤੇ ਉਸ ਦੀ ਤੀਵੀ ਦਾ ਨਾਮ ਨਿਓਮੀ ਸੀ, ਔਰ ਉਹਦੇ ਪੁੱਤਰ ਦਾ ਨਾਮ ਮਹਲੋਨ ਅਤੇ ਕਹਿਲੋਨ ਸਨ, ਅਤੇ ਬੈਤਲਹਮ ਯਹੂਦਾ ਦੇ ਇਫਰਾਤੀ ਸਨ। ਸੋ ਉਹ ਮੁਆਬ ਦੇ ਦੇਸ਼ ਵਿੱਚ ਆਣ ਕੇ ਉੱਥੇ ਰਹੇ। ਹਾਲੇਲੂਇਆ। ਕੀ ਹੋਇਆ? ਬਾਣੀ ਚ ਲਿਖਿਆ ਕਿ ਜਿਹੜਾ ਅਲੀ ਮਲਕ ਕੀ ਨਾਮ ਹੈ ਉਹਦਾ? ਅਲੀ ਮਲਕ। ਉਹਦੀ ਤੀਵੀ ਦਾ ਨਾਮ ਸੀਗਾ ਨੋਮੀ। ਕੀ ਸੀਗਾ ਨਾਮ? ਨੋਮੀ। ਨਹੂਮੀ ਸੀਗਾ। ਕੀ ਨਾਮ ਸੀਗਾ? ਨਹੂਮੀ ਸੀਗਾ। ਉਹਦੇ ਦੋ ਪੁੱਤਰ ਸੀਗੇ। ਕੀ ਸੀਗੇ? ਉਹਦੇ ਦੋ ਪੁੱਤਰ ਸੀਗੇ। ਔਰ ਬਾਣੀ ਦੇ ਵਿੱਚ ਲਿਖਿਆ ਹੈ ਕਿ ਉਹਦੇ ਦੋ ਪੁੱਤਰ ਸੀਗੇ। ਉਸ ਜਗ੍ਹਾ ਤੇ ਕੀ ਪੈ ਗਿਆ? ਕਾਲ ਪੈ ਗਿਆ। ਕੀ ਪੈ ਗਿਆ ਸੀਗਾ? ਕਾਲ ਪੈ ਗਿਆ ਸੀ। ਕਿੰਨੇ ਕਿੰਨੇ ਵਚਨ ਸੁਣੇ ਦੱਸੋ? हाँ जी, इन्हें पहले वचन सुनिया कि नहीं? हाँ जी, नहीं सुनिया। हालेलुया। सो पूरे अपना ध्यान वचना दी वल बना के रखना है। जो आका नूं खेडण तो जो खेडी जांदे ने, ठीक है जी। तुसीं बस प्रभु दी बाणी दे वल ध्यान करना है। हालेलुया। तो वो लिखिया बाणी दे विच कि वो अपना देश छड्ड के ਜਿਹੜੇ ਬੈਤਲਹਮ ਯਹੂਦਾ ਦੇ ਵਿੱਚ ਰਹਿੰਦੇ ਸੀਗੇ ਉਹ ਮੁਆਬ ਸ਼ਹਿਰ ਵਿੱਚ ਜਾ ਟਿਕੇ ਤੇ ਉੱਥੇ ਰਹਿਣ ਲੱਗ ਪਏ। ਪਰ ਪਰਮੇਸ਼ਵਰ ਨਹੀਂ ਚਾਹੁੰਦਾ ਸੀਗਾ ਕਿ ਉਹ ਆਪਣੇ ਦੇਸ਼ ਤੋਂ ਬਾਹਰ ਜਾਣ, ਚਾਹੇ ਭੁੱਖੇ ਚਾਹੇ ਭੁੱਖੇ ਉਹ ਉਸ ਜਗ੍ਹਾ ਤੇ ਟਿਕੇ ਰਹਿਣ। ਹਾਲੇਲੂਇਆ, ਹਾਲੇਲੂਇਆ। ਅੱਜ ਅਸੀਂ ਵੀ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਆ, ਜਦ ਸਾਡੀ ਜ਼ਿੰਦਗੀ 'ਚ ਬਾਹਰੇ ਦੁੱਖ ਆਉਂਦੇ ਨੇ, ਤਕਲੀਫਾਂ ਆਉਂਦੀਆਂ ਨੇ, ਤਾਂ ਅਸੀਂ ਹੋਰਨਾਂ ਚਰਚਾਂ ਦੇ ਵੱਲ ਵੀ ਭੱਜ ਪੈਂਦੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਹ ਸਾਡਾ ਕੀ ਹੈ? ਬੈਤਲਹਮ ਹੈ। ਇਹ ਚਰਚ ਕੀ ਸਾਡਾ? ਬੈਤਲਹਮ ਹੈ। ਇਹ ਸਾਡੇ ਲਈ ਯਹੂਦਾ ਹੈ, ਜਿਹੜਾ ਸਾਡਾ ਪਰਮੇਸ਼ਰ जंग लड़न दे लिए तैयार
ਰਹਿੰਦਾ ਹੈ। ਹਾਲੇਲੂਇਆ। ਕਿ ਯਹੂਦਾ ਦਾ ਸਿਰ ਪੁੱਤਰ ਕੌਣ ਹੈ? ਪ੍ਰਭੂ ਯਿਸੂ ਮਸੀਹ। ਔਰ ਯਹੂਦਾ ਹੈ ਸਾਡਾ, ਇਹ ਚਰਚ ਕੀ ਹੈ? ਸਾਡਾ ਯਹੂਦਾ। ਬੈਤਲਹਮ ਹੈ, ਯਹੂਦਾ ਹੈ। ਹਾਲੇਲੂਇਆ। ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਕੀ ਜੈ। ਸਾਨੂੰ ਉਸ ਜਗ੍ਹਾ ਤੇ ਟਿਕਣਾ ਪਵੇਗਾ। ਕੀ ਪਵੇਗਾ? ਟਿਕਣਾ ਪਵੇ। ਸਾਨੂੰ ਕੀ ਪਵੇਗਾ? ਟਿਕਣਾ ਪਵੇਗਾ। ਉਸ ਜਗ੍ਹਾ ਤੇ ਰਹਿਣਾ ਪਵੇਗਾ ਜਿਹੜਾ ਸਾਡਾ ਬੈਤਲਹਮ ਹੈ, ਜਿਹੜਾ ਸਾਡਾ ਯਹੂਦਾ ਹੈ। ਉਸ ਜਗ੍ਹਾ ਤੇ ਸਾਨੂੰ ਰੁਕਣਾ ਪਵੇਗਾ। ਕੀ ਪਵੇਗਾ? ਸਾਨੂੰ ਰੁਕਣਾ ਪਵੇਗਾ। ਪਵੇਗਾ। ਔਰ ਉਸ ਜਗ੍ਹਾ ਤੇ ਰਹਿ ਕੇ ਆਸ਼ੀਸ਼ਾਂ ਨੂੰ ਪ੍ਰਾਪਤ ਕਰਨਾ ਪਵੇਗਾ। ਹਾਲੇਲੂਇਆ। ਅੱਜ ਬਹੁਤ ਲੋਕ ਨੇ ਆਸ਼ੀਸ਼ਾਂ ਪਾਉਣੀਆਂ ਤਾਂ ਚਾਹੁੰਦੇ ਨੇ, ਪਰ ਆਸ਼ੀਸ਼ਾਂ ਮਿਲ ਪਾ ਰਹੀਆਂ ਨਹੀਂ, ਕਿਉਂਕਿ ਉਹ ਆਪਣੇ ਬੈਤਲਹਮ ਵੱਲ ਧਿਆਨ ਨਹੀਂ ਦੇ ਰਹੇ। ਉਹ ਆਪਣੇ ਬੈਤਲਹਮ ਦੇ ਉਸ ਚਾਰ ਦੀਵਾਰੀ ਦੇ ਵੱਲ ਧਿਆਨ ਨਹੀਂ ਦੇ ਰਹੇ, ਜਿੰਦੀਆਂ ਕੰਧਾਂ ਢੱਟੀਆਂ ਪਈਆਂ ਨੇ। ਹਾਲੇਲੂਇਆ। 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 ਉਹ ਆਪਣੇ ਚਰਚ ਦੇ ਵੱਲ, ਆਪਣੇ ਸਰੀਰ ਦੇ ਵੱਲ ਧਿਆਨ ਨਹੀਂ ਦੇ ਰਹੇ। ਨਹੀਂ ਦੇ ਰਹੇ। ਉਹ ਆਪਣੀ ਆਤਮਾ ਦੇ ਵੱਲ ਧਿਆਨ ਨਹੀਂ ਦੇ ਰਹੇ। ਨਹੀਂ ਦੇ ਰਹੇ ਕਿ ਜਿਨ੍ਹਾਂ ਨੂੰ ਉਸਾਰਨਾ ਚਾਹੀਦਾ ਹੈ। ਸਾਨੂੰ ਕੀ ਕਰਨਾ ਪੈਣਾ ਹੈ? ਉਸਾਰਨਾ ਚ ਪੈਣਾ ਹੈ। ਕਿਉਂਕਿ ਜਦ ਤੱਕ ਸਾਡੇ ਜੀਵਨ ਦੇ ਵਿੱਚ ਆਤਮਿਕ ਦੀਵਾਰ ਨਹੀਂ ਲੱਗਦੀ, ਕੀ ਨਹੀਂ ਲੱਗਦੀ? ਆਤਮਿਕ ਦੀਵਾਰ। ਆਤਮਿਕ ਦੀਵਾਰ ਨਹੀਂ ਲੱਗਦੀ। ਨਹੀਂ ਲੱਗਦੀ। ਸ਼ੈਤਾਨ ਦੇ ਹਮਲੇ ਸਾਡੀ ਜ਼ਿੰਦਗੀ ਵਿੱਚ ਹੁੰਦੇ ਰਹਿਣ। ਸ਼ੈਤਾਨ ਦੇ ਕੀ ਹੋਣੇ ਨੇ ਸਾਡੀ ਜ਼ਿੰਦਗੀ ਵਿੱਚ? ਹਮਲੇ ਹੋਣੇ ਨੇ। ਕਦੀ ਇਧਰੋਂ ਆ ਕੇ ਸ਼ੈਤਾਨ ਨੇ ਚਪੇੜ ਮਾਰਤੀ, ਹਾਏ ਮੇਰਾ ਲੱਕ ਪੀੜ। ਕਦੀ ਇਧਰੋਂ ਆ ਕੇ ਚਪੇੜ ਮਾਰਤੀ, ਹਾਏ ਮੇਰਾ ਸਿਰ ਪੀੜ। ਕਦੀ ਇਧਰੋਂ ਆ ਕੇ ਧੱਕਾ ਮਾਰਤਾ, ਸਾਡੇ ਪਰਿਵਾਰ ਦੇ ਵਿੱਚ ਲੜਾਈ ਹੋਣ ਲੱਗ ਪਈ। ਕਈ ਵਾਰ ਆਪ ਮੰਜੇ ਦੇ ਲਗਾਤਾਰ ਸਾਡਾ ਟਾਈਫਾਇਡ ਨਹੀਂ ਸੁੱਤਰ ਆਉਂਦਾ। ਕੀ ਨਹੀਂ ਹੁੰਦਾ ਪਿਆ? ਸਾਡਾ ਟਾਈਫਾਇਡ ਸੁੱਤਰ ਨਹੀਂ ਆਉਂਦਾ। ਬੜੀਆਂ ਦਵਾਈਆਂ ਖਾਧੀ ਜਾਂਦੇ ਆ। ਸਾਡੇ ਘਰ ਵਿੱਚ ਬਰਕਤ ਨਹੀਂ ਆਉਂਦੀ ਪਈ। ਸਾਡੇ ਘਰ ਵਿੱਚ ਕੀ ਨਹੀਂ ਆਉਂਦੀ ਪਈ? ਬਰਕਤ ਨਹੀਂ ਆਉਂਦੀ ਪਈ। ਕੰਮ ਅਸੀਂ ਵਾਧੂ ਕਰਦੇ ਹਾਂ। ਅਸੀਂ ਤਾਂ ਦੋਵੇਂ ਜੀ ਦਿਨ ਰਾਤ ਕੰਮ ਵਿੱਚ ਲੱਗੇ ਰਹਿੰਦੇ ਆ, ਪਰ ਪਾਸਟਰ ਜੀ ਸਾਡੇ ਘਰ ਤੋਂ ਸੁੱਖ ਨਹੀਂ ਹੈਗਾ, ਨਾ ਪੈਸੇ ਟਿਕਦੇ ਨੇ। ਹਾਲੇਲੂਇਆ। ਕਹਿੰਦੇ ਕਿ ਨਹੀਂ ਆਪਾਂ? ਹਾਲੇਲੂਇਆ। ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਕੀ। ਸਾਡੇ ਘਰ ਵਿੱਚ ਕੀ ਨਹੀਂ ਟਿਕਦੀ? ਬਰਕਤ ਨਹੀਂ ਟਿਕਦੀ। ਹਾਲੇਲੂਇਆ। ਬਰਕਤ ਸਾਡੇ ਘਰ ਵਿੱਚ ਨਹੀਂ ਟਿਕਦੀ। ਅਸੀਂ ਸੋਚਦੇ ਹਾਂ ਬਰਕਤ ਕਿਵੇਂ ਆਵੇਗੀ। ਕੰਮ ਵੀ ਅਸੀਂ ਇੰਨਾ ਕਰਦੇ ਹਾਂ, ਕਦੇ ਦਿਹਾੜੀ ਨਹੀਂ ਛੱਡੀ ਹੈ। ਮਰਚਾ ਤੋੜਨ ਲਈ ਲੋਕੀ ਕਹਿ ਦਿੰਦੇ ਨੇ, ਉੱਥੇ ਜਾਈਦਾ ਹੈ। ਮਟਰ ਤੋੜਨ ਦੇ ਲਈ, ਹੋਰ ਥੋਮ ਗੋਡਣ ਦੇ ਲਈ, ਜਿੱਥੇ ਵੀ ਕੋਈ ਕੰਮ ਮਿਲੇ ਕਦੀ ਪਰਵਾਹ ਨਹੀਂ ਕੀਤੀ। ਹਾਲੇਲੂਇਆ। ਮੈਂ ਭੈਣਾਂ ਦੀ ਗੱਲ ਕਰ ਰਿਹਾ ਤੇ ਭਾਈਆਂ ਦਾ ਵੀ ਇਸ ਤਰ੍ਹਾਂ। ਜਿੱਥੇ ਵੀ ਕੋਈ ਕਹਿ ਦੇਵੇ ਫਲਾਣਾ ਕੰਮ ਕਰਨ ਨੂੰ ਜਾਣਾ ਹੈ, ਕੋਈ ਢਿੱਲ ਨਹੀਂ, ਮਿੰਟੋ ਮਿੰਟ ਚੱਕਦੇ ਕੱਪੜੇ ਨਾਲ ਹੈ, ਟਿਫਨ ਚ ਪਾਉਂਦੇ, ਰੋਟੀ ਚੱਲ ਗਈ, ਤਿਆਰ ਆ ਰੱਬ ਦੇ ਪਿਆਰੇ। ਚੱਲ ਦੱਸ ਕਿੱਥੇ ਲੈ ਕੇ ਜਾਣਾ ਹੈ? ਹਾਲੇਲੂਇਆ। ਐਤਵਾਰ ਚਰਚ ਵੀ ਭੁੱਲ ਜੀਦਾ। ਅੱਜ ਕਿੱਥੇ ਜਾਣਾ ਸੀ? ਕਿੱਥੇ ਜਾਣਾ ਹੈ? ਕੰਮ ਤੇ ਚੱਲੇ ਆ। ਕਿੱਥੇ ਚੱਲੇ ਅਸੀਂ? ਕਿੱਥੇ ਚੱਲੇ ਆ? ਕੰਮ ਤੇ। ਸਾਡੀ ਆਤਮਿਕ ਦੀਵਾਰ ਕਿੱਧਰ ਗਈ? ਹਾਲੇਲੂਇਆ। ਅਸੀਂ ਆਪਣੇ ਯਹੂਦਾ ਨੂੰ, ਬੈਤਲਹਮ ਨੂੰ ਕੀ ਜਾ ਰਹੇ ਹਾਂ? ਛੱਡੀ ਜਾ ਰਹੇ ਹਾਂ। ਕੀ ਜਾ ਰਹੇ ਹਾਂ? ਕੀ ਜਾ ਰਹੇ ਹਾਂ? ਭੁੱਲਦੇ ਜਾ ਰਹੇ ਹਾਂ। ਛੱਡ ਕੇ ਹੋਰ ਕੰਮਾਂ ਦੇ ਵਿੱਚ ਪਈ ਜਾਂਦੇ ਆ। ਅਸੀਂ ਪਰਮੇਸ਼ਵਰ ਦੇ ਵੱਲ ਧਿਆਨ ਨਹੀਂ ਦੇ ਰਹੇ। ਪਰਮੇਸ਼ਵਰ ਦੀ ਆਗਿਆ ਦੇ ਵੱਲ ਧਿਆਨ ਨਹੀਂ ਦੇ ਰਹੇ। ਅਸੀਂ ਆਪਣੇ ਕੰਮਾਂ ਵਿੱਚ ਵਿਅਸਤ ਹੋਈ ਜਾਂਦੇ ਹਾਂ। ਚਾਹੁੰਦੇ ਅਸੀਂ ਬਰਕਤਾਂ ਲੈਣਾ। ਕੀ ਲੈਣਾ ਚਾਹੁੰਦੇ ਅਸੀਂ? ਬਰਕਤ ਲੈਣਾ। ਕਦੇ ਅਸੀਂ ਇਹ ਘਰ ਦੇ ਵਿੱਚ ਬੰਦਗੀ ਕਰਾਉਣ ਦੇ ਲਈ ਵੀ ਰਾਜੀ ਨਹੀਂ ਹੁੰਦੇ। ਕਿਤੇ ਇਹ ਨਾ ਹੋਵੇ ਬੰਦਗੀ ਪਾਸਟਰ ਕਰ ਜਾਵੇ, ਸਾਡੇ ਕੋਲ 1000 ਰੁਪਇਆ, ਘੱਟੋ ਘੱਟ 1500 ਰੁਪਇਆ ਖੁੱਲ ਜਾਣਾ। ਹਾਲੇਲੂਇਆ। 200-300 ਦਾ ਪ੍ਰਸ਼ਾਦ ਲੈ ਕੇ ਆਉਣਾ ਪੈਣਾ, 400-500 ਦੀ ਰੋਟੀ ਬਣਾਉਣੀ ਪੈਣੀ, ਕੁਝ ਪਾਸਟਰ ਨੂੰ ਖਵਾਉਣਾ ਪੈਣਾ ਸੇਵਾ। ਹਾਲੇਲੂਇਆ। ਸੋਚਦੇ ਕਿ ਨਹੀਂ ਅਸੀਂ? ਹਾਂਜੀ ਸੋਚੋ, ਦੱਸੋ, ਸੋਚਦੇ ਕਿ ਨਹੀਂ? ਹਾਂਜੀ ਭੈਣ ਬਹੁਤ ਦਲੇਰ ਕਹਿੰਦੀ ਅਸੀਂ ਨਹੀਂ ਸੋਚਦੇ। ਹਾਲੇਲੂਇਆ। ਹਾਲੇਲੂਇਆ। ਇੱਕੋ ਭੈਣ ਨੇ ਬੋਲਿਆ ਵੀ ਅਸੀਂ ਨਹੀਂ ਸੋਚਦੇ। ਹਾਲੇਲੂਇਆ। ਹਾਲੇਲੂਇਆ। ਸੋ ਭੈਣ ਦੇ ਲਈ ਤਾਲੀ ਵਜਾਓ। ਇਹ ਭੈਣ ਸੋਚਦੀ ਨਹੀਂ। ਹਾਲੇਲੂਇਆ। ਹਾਲੇਲੂਇਆ। ਕਿ ਪ੍ਰਭੂ ਵੱਲ ਜੇਕਰ ਅਸੀਂ ਵਧਾਂਗੇ,
ਕਿਹਦੇ ਵੱਲ ਵਧਾਂਗੇ? ਪ੍ਰਭੂ ਦੇ ਵੱਲ ਵਧਾਂਗੇ ਤਾਂ ਪ੍ਰਭੂ ਸਾਡੇ ਵੱਲ ਵੀ ਵਧੇਗਾ। ਹਾਲੇਲੂਇਆ, ਹਾਲੇਲੂਇਆ। प्रभु यीशु मसीह की, प्रभु यीशु मसीह की। क्योंकि बाणी च लिखिया तेरे वचनां दा गुण साडे घर विच चानण है, साडी जिंदगी दे विच चानण आउंदा है। ਅਸੀਂ ਘਰ ਦੇ ਵਿੱਚ ਆਪਦੇ ਵਚਨ ਬਹੁਤ ਘੱਟ ਖਲਾਉਂਦੇ ਆ। ਹਾਲੇਲੂਇਆ। ਸਾਡੀ ਆਤਮਿਕ ਦੁਆਰ ਨੂੰ ਅਸੀਂ ਤੇ ਕਾਮਯਾਬ ਨਹੀਂ ਕਰਦੇ। ਆਤਮਿਕ ਦੁਆਰ ਨੂੰ ਕੀ ਨਹੀਂ ਕਰਦੇ? ਅਸੀਂ ਕਾਮਯਾਬ ਨਹੀਂ ਕਰਦੇ। ਇਹ ਭੈਣਾਂ ਨਹੀਂ ਜਿਹੜਾ ਆਤਮਿਕ ਦੁਆਰਾਂ ਨੂੰ ਕਾਮਯਾਬ ਕਰਦੀਆਂ ਨੇ। ਭਾਈਆਂ ਦਾ ਕੀ बहुत घट सोचते हैं आत्मिक दवारा भाई भी बहुत ज्यादा इंटरस्ट होंगे ने। हालेलुया। पर भैणा बहुत ज्यादा, हालेलुया, कई भाई नहीं कोई निकलिया भैणा ही होंगे ने। हालेलुया। कई भैणा होंगे, कई भाई होंगे घर में चलाने वाले की होंगे ने? प्रभु के चलाने वाले। घर में किहड़े चलाते हैं? जिहड़े यीशु मसीह में चलाते हैं, ਜਿਹੜੇ ਯीशु मसीह ਦੇ ਵੱਲ ਤੁਰਦੇ ਨੇ। हालेलुया, हालेलुया। बोलो प्रभु यीशु मसीह की जय, प्रभु यीशु मसीह की जय। ਸਾਨੂੰ ਆਪਣਾ ਯਰੂਸ਼ਲਮ ਛੱਡ ਕੇ ਕਦੇ ਨਹੀਂ ਜਾਣਾ ਚਾਹੀਦਾ। ਸਾਨੂੰ ਆਪਣੇ ਘਰ ਦੇ ਵਿੱਚ ਬੰਦਗੀ ਕਰਾਉਣੀ ਚਾਹੀਦੀ, ਪ੍ਰਾਰਥਨਾ ਕਰਾਉਣੀ ਚਾਹੀਦੀ। ਇਸ ਵਚਨਾਂ ਨੂੰ ਖੋਲ੍ਹਣਾ ਬਹੁਤ ਜ਼ਰੂਰੀ ਹਾਲੇਲੂਇਆ। ਜਿਨ੍ਹਾਂ ਘਰਾਂ ਦੇ ਵਿੱਚ ਵਚਨ ਬਹੁਤ ਜ਼ਿਆਦਾ ਘੱਟ ਖੋਲਦੇ ਨੇ, ਵੱਧ ਤੋਂ ਵੱਧ ਲੜਾਈਆਂ ਉਹਨਾਂ ਘਰਾਂ ਦੇ ਵਿੱਚ ਹੀ ਹੁੰਦੀਆਂ ਨੇ। ਲੜਾਈਆਂ ਸਭ ਤੋਂ ਜ਼ਿਆਦਾ ਕਿਹਨਾਂ ਘਰੇ ਹੁੰਦੀਆਂ ਨੇ? ਜਿਹੜਾ ਵਚਨ ਬਹੁਤ ਜ਼ਿਆਦਾ ਘੱਟ ਖੋਲਦੇ ਨੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਵਚਨ ਬਹੁਤ ਘੱਟ ਜਾਂਦਾ ਆ, ਜਿਨ੍ਹਾਂ ਦੇ ਜੀਵਨ ਦੇ ਵਿੱਚ ਵਚਨ ਬਹੁਤ ਘੱਟ ਜਾਂਦਾ ਆ। ਹਾਲੇਲੂਇਆ, हालेलुया। प्रभु यीशु मसीह की। मैं नहोमी बारे गल कर रहा, हाले रूत के बारे नहीं गया, क्योंकि रूत हाले वो होर जाति दी है, वो होर देश में गई है। जिवें कि मान लो भी असीं पाकिस्तान चले जाइए, आदे बच्चों को लैके पाकिस्तान तो कोई भी जिहड़ी मर्जी बिरादरी की कुड़ी होवे विआह के लै आइए। हालेलुया, हालेलुया। तो इसी तरह वो बैतलहम जो यरूशलेम के लोग सीगे, वो मोआब में चले गए। कितने चले गए? मोआब में चले गए और मोआब में जाके रहना शुरू कर दिता। हालेलुया। और इत्थे पंडियां मारा, इत्थे हुंदे ने नुकसान। साडी जिंदगी में भी इसे तरह हुंदा कुछ की हुंदा साडी जिंदगी में इसे तरह हुंदा। ਅਸੀਂ बड़ी वार भजना दौड़ना शुरू कर देने, कभी फलानी जगह ते जा, कभी फलानी जगह ते जा। हालेलुया, हालेलुया। प्रभु ने दास ने एक बड़ा वधिया गीत बोलिया है, भला केड़ा? बरकत चर्च बदलिया नहीं मिलनी है नेचा नाल। हालेलुया। किवें बरकत मिलनी है? नेचा दे नाल। किवें बरकत मिलनी है? विश्वास दे नाल। विश्वास दे नाल। जेकर तुसीं इस जगह ते नेचा दे नाल आए हो, विश्वास के नाल आए हो, तो प्रभु तुहाडी जिंदगी नूं बहाल करन जा रहा है। प्रभु तुहाडी जिंदगी नूं बदलण जा रहा है। एक सही बैतलहम दे विच, एक सही यरूशलेम दे विच तुसीं आ चुके हो, एक सही यहूदा दे विच तुसीं आ चुके हो। हालेलुया, हालेलुया। हुण तुहानूं मोआब वालों भज्जण दी जरूरत नहीं है। बोलो प्रभु यीशु मसीह की, प्रभु यीशु मसीह की। बोलो प्रभु यीशु मसीह की। सत्य बोलेंगे प्रभु यीशु मसीह की। समूह ना। हालेलुया। तुसी सौ जाते जी। हालेलुया, हालेलुया। बाणी च लिखा है, हे सौन वाले जाग उठ। हालेलुया। जेकर तुसी अपनी जिंदगी में बरकतां लेना चाहते हो, ताड़ी जिंदगी में नूर चमके, प्रभु की आशीष चमके, तो सानू अपने आप को तैयार करना पैना। की करना पैना है? तैयार करना पैना है। अपनी परेशानियां नू रब दे हवाले सदना पैना है। सानू अपनी आत्मिक दीवार नू बनाना पैना है। बाणी च लिखा है, वो उस जगह ते चली गई, उहदे दो पुत्र सीगे, उन्हें उस जगह ते अपने पुत्रां दा विआह कीता। की कीता? विआह कीता। और जब विआह कीता तो कोई बच्चे होने तो पहला बड़ा पुत्र भी खत्म हो गया और छोटा पुत्र भी खत्म हो गया। और उस जगह पे बाणी च लिखा है कि वो जरा शहर सी फिर तो बहाल हो गया। परमेश्वर उस शहर दे विच फिर तो अपनी
ਬਰਕਤਾਂ ਨੂੰ ਬਰਸਾਉਣ ਲੱਗ ਪਿਆ। ਕੀ ਬਰਸਾਉਣ ਲੱਗ ਪਿਆ? ਬਰਕਤਾਂ ਨੂੰ ਬਰਸਾਉਣ ਲੱਗ ਪਿਆ। ਆਉਣ ਵਾਲੇ ਸਮੇਂ ਦੇ ਵਿੱਚ ਵੇਖੋਗੇ ਜਿਹੜੀ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋਏ ਜੇ ਇੱਥੇ ਤੁਹਾਨੂੰ ਬੈਠਣ ਦੇ ਲਈ ਜਗ੍ਹਾ ਨਹੀਂ ਮਿਲਣੀ, ਕਿਉਂਕਿ ਇਸ ਚਰਚ ਦੇ ਵਿੱਚੋਂ ਬਹੁਤ ਸਾਰੇ ਲੋਕ ਨੇ ਬੈਕ ਸਲਾਈਡ ਹੋਏ ਨੇ, ਜਿਹੜੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਧਰ ਉੱਧਰ ਭੱਜ ਗਏ ਨੇ। ਅੱਜ ਸ਼ੈਤਾਨ ਤੋਂ ਬੜੇ ਅੱਛੇ ਤਰੀਕੇ ਦੇ ਨਾਲ ਮਾਰ ਖਾਂਦੇ ਪਏ ਨੇ। ਕੀ ਖਾਂਦੇ ਪਏ ਨੇ? ਮਾਰ ਖਾਂਦੇ ਪਏ ਨੇ। ਹਾਲੇਲੂਇਆ। ਬੜੀ ਭੈੜੀ ਮਾਰ ਪੈ ਰਹੀ ਉਹਨਾਂ ਨੂੰ, ਬਹੁਤ ਹੀ ਭਾਰੀ ਮਾਰ ਪੈ ਰਹੀ। ਗਰੀਬੀ ਸੀਗੀ। ਪ੍ਰਭੂ ਨੇ ਇੱਥੇ ਆਏ, ਇਸ ਚਰਚ ਦੇ ਵਿੱਚ ਆਏ। ਜਦੋਂ ਅਸੀਂ ਆਪਾਂ ਘਰ ਵਿੱਚ ਸੰਗਤੀ ਕਰਦੇ ਸੀਗੇ ਤੋਂ ਆਏ, ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀਗਾ। ਘਰੋਂ ਵੀ ਆਦੇ ਮਾਂ ਪਿਓ ਨਾਲ ਲੜ ਪਏ, ਕੁਝ ਵੀ ਨਹੀਂ ਸੀਗਾ। ਬਰਕਤ ਲਈ, ਬਰਕਤ ਲੈਣ ਤੋਂ ਬਾਅਦ ਅਕਸਰ ਇਨਸਾਨ ਦੇ ਨਾਲ ਐਵੇਂ ਹੁੰਦਾ ਹੈ, ਜਦ ਸਾਨੂੰ ਬਰਕਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਅਸੀਂ ਪਾਟਣਾ ਸ਼ੁਰੂ ਹੋ ਜਾਵਾਂਗੇ। ਕੀ ਹੋ ਜਾਵਾਂਗੇ? ਅਸੀਂ ਪਾਟਣਾ ਸ਼ੁਰੂ ਹੋ ਜਾਵਾਂਗੇ, ਲੜਾਈ ਝਗੜਾ ਕਰਨਾ ਸ਼ੁਰੂ ਕਰ ਦਾਂਗੇ, ਪਾਸਟਰ ਨਾਲ ਲੜਾਈ ਕਰਨਾ ਝਗੜਾ ਸ਼ੁਰੂ ਕਰ ਦਾਂਗੇ। ਕਿਤੇ ਨਾ ਕਿਤੇ ਵੀ ਸਮਝਾਂਗੇ ਸਾਡਾ ਪਾਸਟਰ ਵੀ ਉਹਨਾਂ ਦੇ ਮਗਰ ਲੱਗਦਾ ਹੈ। ਹਾਲੇਲੂਇਆ। ਸਾਡਾ ਪਾਸਟਰ ਵੀ ਉਹਨਾਂ ਦੇ ਮਗਰ ਲੱਗਦਾ ਹੈ। ਸਾਨੂੰ ਕਿਤੇ ਪਾਸਟਰ ਸਮਝਾ ਨਾ ਦੇਵੇ। ਹਾਲੇਲੂਇਆ। ਪਰ ਹੁਣ ਉਹ ਸ਼ੈਤਾਨ ਤੋਂ ਬਹੁਤ ਵਧੀਆ ਮਾਰ ਖਾ ਰਹੇ ਨੇ। ਸ਼ੈਤਾਨ ਤੋਂ ਕੀ ਖਾ ਰਹੇ ਨੇ? ਮਾਰ ਖਾ ਰਹੇ ਨੇ, ਵਧੀਆ ਮਾਰ ਖਾ ਰਹੇ ਨੇ। ਪਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਸਾਨੂੰ ਮਾਰ ਪੈ ਰਹੀ ਹੈ। ਕੀ ਪੈ ਰਹੀ ਹੈ? ਸਾਨੂੰ ਮਾਰ ਪੈ ਰਹੀ ਹੈ। ਕਿਉਂਕਿ ਕਿੱਥੇ ਗਏ ਚਲੇ ਨੇ? ਆਪਣੇ ਯਰੂਸ਼ਲਮ ਨੂੰ ਛੱਡ ਕੇ ਚਲੇ ਗਏ। ਆਪਣੀ ਉਸ ਵਾੜ ਵਾਲੀ, ਉਸ ਚੰਗੇ ਜਿਹੜਾ ਮਜ਼ਬੂਤ ਵਾੜੇ ਵਾਲੀ ਜਗ੍ਹਾ ਨੂੰ ਛੱਡ ਕੇ ਉਸ ਜਗ੍ਹਾ ਤੇ ਗਏ ਨੇ ਜਿੱਥੋਂ ਦਾ ਵਾੜਾ ਹਿੱਲਿਆ ਹੋਇਆ ਹੈ, ਜਿੱਥੋਂ ਦੀਆਂ ਭੇਡਾਂ ਬਾਹਰੋਂ ਅੰਦਰ ਵੜ ਸਕਦੀਆਂ ਨੇ ਤੇ ਬਾਹਰੋਂ ਅੰਦਰ ਦੀਆਂ ਭੇਡਾਂ ਬਾਹਰ ਜਾ ਸਕਦੀਆਂ ਨੇ। ਉਹਨਾਂ ਦਾ ਅਗੂਆ, ਉਹਨਾਂ ਦਾ ਜਿਹੜਾ ਅਯਾਲੀ ਹੈ, ਉਹਨਾਂ ਦੀ ਚੰਗੀ ਦੇਖ ਰੇਖ ਨਹੀਂ ਕਰ ਰਿਹਾ। ਦੇਖ ਰੇਖ ਕੀ ਨਹੀਂ? ਚੰਗੀ ਨਹੀਂ ਕਰ ਰਿਹਾ। ਪਰ ਨਾ ਹੀ ਉਹਨਾਂ ਨੂੰ ਦੱਸ ਰਿਹਾ ਕਿ ਕਿਵੇਂ ਬਰਕਤਾਂ ਦਾ ਤਰੀਕਾ ਹੈ ਸਾਨੂੰ ਲੈਣ ਦਾ, ਕਿਵੇਂ ਸਾਨੂੰ ਆਸ਼ੀਸ਼ਾਂ ਦਾ ਲੈਣ ਦਾ ਤਰੀਕਾ ਹੈ। ਹਾਲੇਲੂਇਆ। ਉਹ ਜਾਂਦੇ ਤੇ ਨਹੀਂ ਆਪਣੇ ਪਾਸਟਰ ਕੋਲ, ਪਾਸਟਰ ਜੀ ਇਹ ਕਹਿੰਦਾ ਕੋਈ ਗੱਲ ਨਹੀਂ, ਪ੍ਰਭੂ ਠੀਕ ਕਰੇਗਾ। ਕੀ ਕਰੇਗਾ? ਪ੍ਰਭੂ ਠੀਕ ਕਰੇਗਾ। ਪਾਦਰੀ ਸਾਹਿਬ ਉਹ ਪ੍ਰਭੂ ਤਾਂ ਠੀਕ ਕਰੇਗਾ, ਪਰ ਸਾਨੂੰ ਵੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈਗੀ ਹੈ। ਹਾਲੇਲੂਇਆ। ਕੀ ਇਹ ਸਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ? ਬਾਣੀ 'ਚ ਲਿਖਿਆ ਹੈ ਪਤਰਸ ਦੀ ਸੱਸ ਬਿਮਾਰ ਹੋ ਗਈ। ਕੀ ਸੀਗੀ? ਪਤਰਸ ਦੀ ਸੱਸ ਬਿਮਾਰ ਸੀ। ਜੇ ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀਗਾ ਪਤਰਸ ਦੀ ਸੱਸ ਬਿਮਾਰ ਹੈ ਤਾਂ ਉਹ ਚਾਹੁੰਦਾ ਤਾਂ ਉੱਥੋਂ ਦੇ ਪ੍ਰਾਰਥਨਾ ਕਰ ਸਕਦਾ ਸੀਗਾ, ਪਰ ਨਹੀਂ। ਉਹ ਉਹਨਾਂ ਦੇ ਘਰ ਵਿੱਚ ਗਿਆ। ਕਿੱਥੇ ਗਿਆ? ਉਹਨਾਂ ਦੇ, ਬੋਲੋ ਸਾਰੇ, ਕਿੱਥੇ ਗਿਆ? ਉਹਨਾਂ ਦੇ, ਬੋਲੋ ਸਾਰੇ, ਕਿੱਥੇ ਗਿਆ ਸੀ? ਉਹਨਾਂ ਦੇ ਘਰ ਵਿੱਚ ਗਿਆ। ਔਰ ਜਦ ਉਹਨਾਂ ਦੇ ਘਰ ਵਿੱਚ ਗਿਆ, ਉਸ ਦੀ ਸੱਸ ਲਈ ਬਿਮਾਰੀ ਵਾਲੀ ਆਤਮਾ, ਬੁਖਾਰ ਵਾਲੀ ਆਤਮਾ ਨੂੰ ਝਿੜਕਿਆ, ਜਿਹਨੂੰ ਟਾਈਫਾਇਡ ਹੋਇਆ ਸੀਗਾ। ਤੇ ਉਹਦਾ ਟਾਈਫਾਇਡ ਕੀ ਹੋ ਗਿਆ? ਕੀ ਹੋ ਗਿਆ? ਠੀਕ ਹੋ ਗਿਆ। ਹਾਲੇਲੂਇਆ। ਇਸੇ ਕਰਕੇ ਸਾਡੇ ਘਰ ਵਿੱਚ ਪ੍ਰਭੂ ਦੇ ਦਾਸਾਂ ਦਾ ਆਉਣਾ ਬਹੁਤ ਜ਼ਰੂਰੀ ਹੈ। ਹਾਲੇਲੂਇਆ। ਬਾਣੀ ਦੀ ਰੋਮੀਆਂ ਦੀ ਕਿਤਾਬ ਦੇ ਵਿੱਚ ਲਿਖਿਆ ਹੈ, ਉਹ ਕਿੰਨੇ ਸੋਹਣੇ ਚਰਨ ਨੇ ਜੋ ਖੁਸ਼ਖਬਰੀ ਦਾ ਪ੍ਰਚਾਰ ਲੈ ਕੇ ਤੁਰਦੇ ਨੇ। ਉਹ ਭਾਗਾਂ ਵਾਲੇ ਚਰਨ ਨੇ, ਉਹ ਬਰਕਤਾਂ ਵਾਲੇ ਚਰਨ ਨੇ। ਜਦ ਉਹ ਸਾਡੇ ਘਰ ਵਿੱਚ ਰਹਿੰਦੇ ਨੇ, ਪੈਂਦੇ ਨੇ, ਸਾਨੂੰ ਨਹੀਂ ਪਤਾ ਲੱਗਦਾ। ਆਟੋਮੈਟਿਕ ਅਸੀਂ ਦਿਨਾਂ ਦੇ ਵਿੱਚ ਨੁੱਤੀ ਪਾਉਂਦੇ ਜਾਂਦੇ ਹਾਂ, ਅਸੀਂ ਵੱਧਦੇ ਜਾਂਦੇ ਹਾਂ। ਸਾਡੇ ਉਹ ਜਿਹੜਾ ਅਸੀਂ 300-400 ਰੁਪਏ ਦੀ ਕਮਾਈ ਕਰਦੇ ਸਾਂ, ਪ੍ਰਭੂ ਉਹਨਾਂ ਦੇ ਜਿਹੜੀਆਂ ਪਹਿਲਾਂ ਬਿਮਾਰੀਆਂ ਵੱਲ ਜਾਂਦੇ ਸੀ ਅਸੀਂ ਉਹਨਾਂ ਤੇ ਰੋਕ ਲਾ ਦਿੰਦਾ। ਜਿਹੜਾ ਪਹਿਲਾਂ ਸਾਡਾ ਲੜਾਈ ਝਗੜੇ ਵਿੱਚ ਜਾਂਦਾ ਸੀਗਾ ਉਹਨਾਂ ਦੇ ਵੱਲ ਰੋਕ ਲਾ ਦਿੰਦਾ। ਸਾਡੇ ਜਵਾਕ ਜੋ ਬਿਮਾਰ ਹੁੰਦੇ ਸੀ ਉਹਨਾਂ ਦੇ ਵੱਲ ਰੋਕ ਲਾ ਲੈਂਦਾ। ਸਾਡਾ ਮਹੀਨੇ ਦਾ ਖਰਚਾ ਕਿ 25,000 ਸੀਗਾ, ਫਿਰ ਉੱਥੇ 15,000 ਨਾਲ 10,000 ਨਾਲ ਸਰਨਾ ਸ਼ੁਰੂ ਹੋ ਜਾਂਦਾ ਹੈ। ਕੀ ਹੋ ਜਾਂਦਾ ਹੈ? ਬਹੁਤ ਘੱਟ ਪੈਸਿਆਂ ਦੇ ਨਾਲ ਸਾਡਾ ਖਰਚਾ ਘਰ ਦਾ ਚੱਲਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਸੱਚੇ ਯਰੂਸ਼ਲਮ ਦੇ ਵਿੱਚ ਆ ਜਾਂਦੇ ਹਾਂ, ਅਸੀਂ ਪ੍ਰਭੂ ਦੀ ਬਾਣੀ ਦੀ, ਪ੍ਰਭੂ ਦੀ ਉਸ ਵਾਰ ਨੂੰ ਆਪਣੇ ਜੀਵਨ ਦੇ ਵਿੱਚ ਲੈ ਲੈਂਦੇ ਹਾਂ ਜੋ ਸਾਨੂੰ ਕੋ ਤਾਂ ਚੱਕਦਾ ਹੈ। ਹਾਲੇਲੂਇਆ। ਕੀ ਕਰਦਾ ਹੈ? ਉਹ ਤਾਂ ਚੱਕਦਾ ਹੈ। ਹਾਲੇਲੂਇਆ। ਔਰ ਬਾਣੀ ਦੇ ਵਿੱਚ ਲਿਖਿਆ ਹੈ ਜਦ ਉਸਦੇ ਬੇਟੇ ਮਰ ਗਏ, ਉਹਦਾ ਵੱਡਾ ਬੇਟਾ ਹੀ ਮਰ ਗਿਆ ਔਰ ਛੋਟਾ ਬੇਟਾ ਹੀ ਮਰ ਗਿਆ ਔਰ ਉਹਦੇ ਘਰ ਵਾਲਾ ਹੀ ਮਰ ਗਿਆ। ਹਾਲੇਲੂਇਆ।
ਉਹ ਚਵਾਰੀ ਕੀ ਰਹਿ ਗਈ ਸੀਗੀ, ਕੱਲੀ ਸੀਗੀ। ਉਹ ਬਹੁਤ ਜ਼ਿਆਦਾ ਰੋਣ ਕਰਵਾਉਣ ਲੱਗੀ, ਬਾਣੀ ਚ ਲਿਖਿਆ ਉਹ ਬਹੁਤ ਜ਼ਿਆਦਾ ਰੋਈ ਕਰਲਾਈ। ਔਰ ਉਸ ਜਗ੍ਹਾ ਤੇ ਲਿਖਿਆ ਪ੍ਰਭੂ ਦੇ ਬਚਨ ਦੇ ਵਿੱਚ, ਜੋ ਤੁਸੀਂ ਪੜੋਗੇ ਇਸ ਨੂੰ ਚੰਗੇ ਤਰੀਕੇ ਦੇ ਨਾਲ, ਕਿਉਂਕਿ ਮੈਂ ਤੇਜ਼ੀ ਦੇ ਨਾਲ ਵੱਧ ਰਿਹਾ, ਕਿਉਂਕਿ ਟਾਈਮ ਮੈਂ ਨਹੀਂ ਚਾਹੁੰਦਾ 4 ਤੋਂ ਪਲੱਸ ਲੱਗੇ। ਹਾਲੇਲੂਇਆ, 4 ਤੋਂ ਜ਼ਿਆਦਾ ਲੱਗੇ, ਕਿਉਂਕਿ 4 ਤੋਂ ਜ਼ਿਆਦਾ ਲੱਗੇਗਾ ਟਾਈਮ। ਜੇ ਬਚਨ ਨੂੰ ਪੂਰਾ ਅੱਛੇ ਤਰੀਕੇ ਦੇ ਨਾਲ ਇਹਨੂੰ ਖਿਲਾਰਾਂਗੇ ਤੇ ਟਾਈਮ ਬਹੁਤ ਜ਼ਿਆਦਾ ਲੱਗ ਸਕਦਾ ਹੈ, ਟਾਈਮ ਬਹੁਤ ਜ਼ਿਆਦਾ ਲੱਗ ਸਕਦਾ ਹੈ। ਪਰ ਕਿਉਂਕਿ 2:30 ਤੋਂ ਵੱਜ ਚੁੱਕੇ ਨੇ। ਹਾਲੇਲੂਇਆ, हालेलुया, बोलो प्रभु यीशु मसीह की, प्रभु यीशु मसीह की जय। हालेलुया। और उस जगह पे लिखा गया तो दोवें बेटे मर गए, उनका घर वाला भी मर गया। जब दोवें मर गए तो वो अपने नौवां नूं लेके बहुत ज्यादा रोई करलाई और उन्होंने कहन लगी कि हे मेरी धीओ, कि क्या हे मेरी धीओ, नो नहीं क्या। हालेलुया। ਅੱਜ ਬਹੁਤ ਜਗ੍ਹਾ ਪੰਗਾ ਇਸ ਗੱਲ 'ਚ ਪਈ ਪਿਆਜ ਰਹਿੰਦਾ ਕਿ ਸੱਸਾਂ ਕਦੀ ਧੀਆਂ ਆਪਦੀਆਂ ਨੌਵਾਂ ਨੂੰ ਬਣਾਉਂਦੀਆਂ ਆ ਨਹੀਂ। ਹਾਲੇਲੂਇਆ। ਸੱਸਾਂ ਆਪਦੀਆਂ ਨੌਵਾਂ ਨੂੰ ਧੀਆਂ ਨਹੀਂ ਬਣਾਉਂਦੀਆਂ। ਇਸ ਕਰਕੇ ਸਾਡੇ ਘਰ ਵਿੱਚ ਬੜਾ ਲੜਾਈ ਤੇ ਝਗੜਾ ਰਹਿੰਦਾ ਹੈ। ਪਰ ਕਈ ਨੌਵਾਂ ਵੀ ਇਹੋ ਜਿਹੀਆਂ ਨੇ, ਉਹ ਧੀਆਂ ਬਣਨ ਵਾਸਤੇ ਤਿਆਰ ਨਹੀਂ ਹੁੰਦੀਆਂ, ਚਾਹੇ ਬੇਸ਼ੱਕ ਉਹ ਗੁੱਸੇ ਨਾਲ 2 ਦਾਬੇ ਵੀ ਮਾਰ ਲੈਣ। ਜੇ ਆਪਦੀ ਮਾਂ ਹੁੰਦੀ ਗੁੱਸਾ ਕਰਨਾ ਸੀ, ਨਹੀਂ ਚੱਲ ਕੋਈ ਗੱਲ ਨਹੀਂ, ਅੱਜ ਨਹੀਂ ਤੇ ਕੱਲ ਨੂੰ ਬੁਲਾ ਲੈਣਾ ਸੀਗਾ। ਤੇ ਕਈ ਵਾਰ ਕੀ ਹੁੰਦਾ, ਇਹਨੇ ਮੈਨੂੰ ਆ ਫਲਾਣੇ ਮੈਨੂੰ ਪੇਕਿਆਂ ਦੀ ਗੱਲ ਕਹੀ, ਇਹ ਮੇਰੇ ਪੇਕਿਆਂ ਤੱਕ ਪਹੁੰਚੀ ਹਨਾ। ਇਸ ਕਰਕੇ ਲੜਾਈ ਹੁੰਦੀ ਰਹਿੰਦੀ, ਲੜਾਈ ਵੱਧਦੀ ਜਾਂਦੀ ਰਹਿੰਦੀ, ਫਿਰ ਕਗਾਰ ਕਿੱਥੋਂ ਤੱਕ ਆ ਜਾਂਦੀ। ਆਦੇ ਘਰ ਵਾਲੇ ਨੇ ਕਹਿੰਦੀ ਜੇ ਤਾਂ ਕਰਮਾ ਲਿਆ ਮੈਨੂੰ ਰੱਖਣਾ ਹੀ ਤੇ ਵੱਖਰਾ ਹੋਣਾ ਪੈਣਾ। ਕੀ ਹੋਣਾ ਪੈਣਾ ਹੈ? ਵੱਖਰਾ ਹੋਣਾ ਪੈਣਾ। ਜੇ ਮੈਨੂੰ ਰੱਖਣਾ ਹੈ ਤੇ ਵੱਖਰਾ ਹੋਣਾ ਪੈਣਾ। ਜੇ ਤੂੰ ਆਪਣੇ ਮਾਂ ਪਿਓ ਨੂੰ ਰੱਖਣਾ ਹੈ ਤੇ ਫਿਰ ਮੈਂ ਚੱਲੀ ਪੇਕੇ। ਕਿਤੇ ਮੈਂ ਚੱਲੀ ਆ ਪੇਕੇ, ਜਦੋਂ ਮੇਰਾ ਦਿਲ ਕੀਤਾ ਮੈਂ ਆ ਜਾਵਾਂਗੀ। ਹਾਲੇਲੂਇਆ, ਹਾਲੇਲੂਇਆ। ਇਸੇ ਕਰਕੇ ਸਾਨੂੰ ਜਿਹੜੀਆਂ ਸੱਸਾਂ ਨੇ ਉਹ ਆਪਦੀਆਂ ਧੀਆਂ ਵਾਂਗੂ ਉਹਨਾਂ ਨੂੰ ਪਾਲਣ ਪੋਸ਼ਣ, ਉਹਨਾਂ ਨੂੰ ਪਿਆਰ ਕਰਨ। ਔਰ ਜਿਹੜੀਆਂ ਨੂੰਹਾਂ ਨੇ ਉਹ ਆਪਦੀਆਂ ਸੱਸਾਂ ਨੂੰ ਆਪਦੀ ਸੱਕੀ ਮਾਂ ਵਾਂਗੂ ਪਿਆਰ ਕਰਨ। ਹੋ ਸਕਦਾ ਇਹ ਨਹੀਂ ਵੀ ਲੜਾਈ ਨਹੀਂ ਹੁੰਦੀ, ਜੇਕਰ 2 ਘਰ ਵਿੱਚ ਭਾਂਡੇ ਭੜਨੇ ਤੇ ਹੈਗੇ ਨਹੀਂ, ਇੱਕ ਨਾ ਇੱਕ ਦਿਨ ਤਾਂ ਆਵਾਜ਼ ਆਉਣੀ ਹੈ। ਪਰ ਉਹ ਨਾ ਹੋਵੇ ਆਵਾਜ਼ ਆ ਕੇ ਭਾਂਡੇ ਵਿੰਗੇ ਹੋ ਜਾਣ ਤੇ ਭਾਂਡੇ ਟੁੱਟਣ ਦੀ ਕਗਾਰ ਤੇ ਹੋ ਜਾਣ। ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਕੀ। ਸਾਨੂੰ ਇਹ ਚੀਜ਼ਾਂ ਨੂੰ ਆਪਣੇ ਜੀਵਨ ਵਿੱਚੋਂ ਕੱਢਣਾ ਪੈਣਾ ਹੈ। ਸਾਡੇ ਜੀਵਨ ਦੇ ਵਿੱਚੋਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਪਰਮੇਸ਼ਵਰ ਦਾ ਵਚਨ ਇਹ ਨਹੀਂ ਦੱਸਦਾ। ਹਾਲੇਲੂਇਆ, ਹਾਲੇਲੂਇਆ। ਕਿਹਨੂੰ 5ਵਾਂ ਹੁਕਮ ਕਿਹੜਾ ਹੈ? 5ਵਾਂ ਹੁਕਮ ਕਿਹੜਾ ਹੈ? ਆਪਣੇ ਮਾਤਾ ਪਿਤਾ ਦਾ ਕੀ ਕਰ? ਆਦਰ ਕਰ। ਹਾਲੇਲੂਇਆ। ਜੇਕਰ ਮੁੰਡੇ ਦੇ ਮਾਪਿਓ ਨੇ ਤੇ ਜਿਹੜੀ ਉਸ ਘਰ ਦੇ ਵਿੱਚ ਵਿਆਹ ਬੀਜ ਕੇ ਆਈਏ ਤੇ ਉਹਦਾ ਹੀ ਮੰਮੀ ਡੈਡੀ ਬਣਿਆ। ਹਾਲੇਲੂਇਆ। ਔਰ ਮੁੰਡੇ ਦੇ ਜਿਹੜੇ ਕੁੜੀ ਦੇ ਮਾਪਿਓ ਨੇ ਉਹ ਮੁੰਡੇ ਦੇ ਮੰਮੀ ਡੈਡੀ ਬਣੇ। ਹਾਲੇਲੂਇਆ, ਹਾਲੇਲੂਇਆ। ਸਾਨੂੰ ਇਸ ਤਰੀਕੇ ਦੇ ਨਾਲ ਪ੍ਰਭੂ ਦੇ ਪਿਆਰ ਦੇ ਵਿੱਚ, ਪ੍ਰਭੂ ਦੇ ਵਚਨਾਂ ਦੇ ਅਧੀਨ ਰਹਿਣਾ ਪੈਣਾ ਹੈ। ਹਾਲੇਲੂਇਆ। ਫਿਰ ਗੱਲ ਉੱਥੇ ਆ ਗਈ ਹੈ ਕਿ ਹੇ ਧੀਓ ਤੁਸੀਂ ਮੇਰੇ ਕੋਲੋਂ ਚਲੀਆਂ ਜਾਓ, ਕਿਉਂਕਿ ਮੈਂ ਇਸ ਯੋਗ ਨਹੀਂ ਆ ਕਿ ਫਿਰ ਦੁਬਾਰਾ ਬੱਚਾ ਪੈਦਾ ਕਰਾਂ ਔਰ ਤੁਹਾਡੇ ਲਈ। ਹਾਲੇਲੂਇਆ। ਉਹ ਗੱਲ ਕਹਿ ਰਹੀ ਹੈ, ਬੋਲੋ ਪ੍ਰਭੂ ਯਿਸੂ ਮਸੀਹ ਕੀ। ਉਹ ਇਹ ਗੱਲ ਆਪਣੇ ਦਿਲ ਤੋਂ ਕਹਿ ਰਹੀ, ਬੜਾ ਰੋ ਕਰਵਾ ਰਹੀ ਹੈ, ਉਹ ਗਿੜਗਿੜਾ ਰਹੀ ਹੈ। ਔਰ ਅਸੀਂ ਆਪਣੀ ਵੱਡੀ ਧੀ ਨੂੰ, ਆਪਣੀ ਵੱਡੀ ਨੂੰਹ ਨੂੰ ਕਿਹਾ ਵੀ ਤੂੰ ਜਾ ਸਕਦੀ ਹੈ, ਤੂੰ ਆਪਣੇ ਲੋਕਾਂ ਦੇ ਵਿੱਚ ਸੁਖੀ ਰਮਾਨੀ ਵਸ। ਹਾਲੇਲੂਇਆ। ਆਪਣੇ ਜੀਵਨ ਨੂੰ ਫਿਰ ਦੁਬਾਰਾ ਚਲਾ। ਤਾਂ ਵੱਡੀ ਨੂੰ ਬਹੁਤ ਉਹਦੇ ਗੱਲ ਲੱਗ ਕੇ ਰੋਈ, ਪਰ ਉਹਨੂੰ ਚੁੰਮਿਆ, ਬਾਣੀ ਚ ਲਿਖਿਆ, ਔਰ ਛੱਡ ਕੇ ਚਲੀ ਗਈ। ਛੱਡ ਕੇ ਕੀ ਕਰ ਗਈ? ਚਲੀ ਗਈ, ਆਦੇ ਪੇਕਿਆਂ ਦੇ ਵੱਲ ਚਲੀ ਗਈ। ਪਰ ਜਦ ਰੂਥ ਨੂੰ ਇਹ ਗੱਲ ਕਹੀ ਤਾਂ
ਰੋਈ ਕਰਵਾਈ ਉਹਦੇ ਤਵਲੇ ਮਿੰਤਾ ਕੀਤੀਆਂ ਕਿ ਜਿਹੜਾ ਤੇਰਾ ਪਰਮੇਸ਼ਵਰ ਹੈ ਉਹ ਮੇਰਾ ਪਰਮੇਸ਼ਵਰ ਹੋਵੇ, ਔਰ ਜਿਹੜੇ ਤੇਰੇ ਲੋਕ ਨੇ ਉਹ ਮੇਰੇ ਲੋਕ ਹੋਣ। ਮੈਂ ਤੈਨੂੰ ਨਹੀਂ ਛੱਡ ਸਕਦੀ, ਤੂੰ ਕੱਲੀ ਰਹਿ ਗਈ ਹੈ, ਤੂੰ ਬਜ਼ੁਰਗ ਦੀ ਹਾਲਤ ਵਿੱਚ ਹੈ, ਬਹੁਤ ਵੱਡੇ ਸਦਮੇ ਦੇ ਵਿੱਚ ਹੈ, ਮੈਂ ਤੈਨੂੰ ਛੱਡ ਨਹੀਂ ਸਕਦੀ। ਮੈਂ ਤੇਰੇ ਨਾਲ ਵਸਣਾ ਹੈ, ਮੈਂ ਤੇਰੇ ਨਾਲ ਰਹਿਣਾ ਆ, ਮੈਂ ਤੇਰੇ ਲੋਕਾਂ ਵਿੱਚ ਰਹਿਣਾ ਆ, ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦੀ। ਉਹਨੇ ਬਹੁਤ ਜ਼ਿਆਦਾ ਜਿੱਦ ਕੀਤੀ। ਹਾਲੇਲੂਇਆ, ਹਾਲੇਲੂਇਆ, ਬੋਲੋ ਪ੍ਰਭੂ ਯਿਸੂ ਮਸੀਹ ਕੀ। ਉਸਨੇ ਬਹੁਤ ਜ਼ਿਆਦਾ ਜਿੱਦ ਕੀਤੀ। ਜਿੱਦ ਕਰਨ ਤੋਂ ਬਾਅਦ ਉਸਨੂੰ ਉਹਨੇ ਆਪਣੇ ਨਾਲ ਲੈ ਕੇ ਆ ਗਈ। ਹਾਲੇਲੂਇਆ, ਕੀ ਲੈ ਕੇ ਆ ਗਈ? ਨਾਲ ਲੈ ਕੇ ਆ ਗਈ। ਉਹ ਆਪਣੇ ਲੋਕਾਂ ਦੇ ਵਿੱਚ ਰਹਿਣ ਲੱਗੀ। ਔਰ ਬਾਣੀ 'ਚ ਲਿਖਿਆ ਹੈ ਕਿ ਵਿਵਸਥਾ ਜਦ ਪਰਮੇਸ਼ਰ ਨੇ ਬਣਾਈ, ਕਹਿੰਦਾ ਵੀ ਤੁਹਾਡੇ ਖਾਨਦਾਨ ਦੇ ਵਿੱਚੋਂ ਤੁਹਾਡਾ ਪਹਿਲਾ ਬੱਚਾ ਵੀ ਹੋ ਸਕਦਾ ਹੈ। ਹਾਲੇਲੂਇਆ, ਉਹ ਆਪਣੇ ਖਾਨਦਾਨ ਦੇ ਵਿੱਚ ਚਾਚੇ ਤਾਇਆਂ ਦੇ ਵਿੱਚੋਂ ਕਿਸੇ ਦੇ ਘਰ ਬਿਠਾ ਦਿੱਤੀ ਗਈ, ਔਰ ਉਹਦੇ ਵਿੱਚੋਂ ਬੱਚਾ ਹੋਇਆ ਕਿ ਉਹ ਜਿਹੜਾ ਨਹੂਮੀ ਦਾ ਬੱਚਾ ਹੋਇਆ। ਹਾਲੇਲੂਇਆ, ਉਹ ਜਿਹੜਾ ਨਹੂਮੀ ਦਾ ਖਾਨਦਾਨ ਦਾ ਵਾਰਸ ਬਣ ਗਿਆ। ਹਾਲੇਲੂਇਆ, ਹਾਲੇਲੂਇਆ, ਬੋਲੋ ਪ੍ਰਭੂ ਯਿਸੂ ਮਸੀਹ ਕੀ। ਔਰ ਜਦੋਂ ਉਸ ਜਗ੍ਹਾ ਤੇ ਆ ਗਈ ਤਾਂ ਪਰਮੇਸ਼ਵਰ ਨੇ ਉਹਦੀ ਸੁਧੀ ਲਈ, ਪਰਮੇਸ਼ਵਰ ਨੇ ਉਸ ਨੂੰ ਬਚਾਇਆ, ਕਿਉਂਕਿ ਜਿਹੜੀ ਨਹੂਮੀ ਸੀਗੀ ਸਭ ਕੁਝ ਉਜਾੜ ਚੁੱਕੀ ਸੀਗੀ, ਆਪਣਾ ਧਨ ਦੌਲਤ ਉਜਾੜ ਚੁੱਕੀ ਸੀਗੀ, ਆਪਣੇ ਘਰ ਤੋਂ ਸਭ ਕੁਝ ਗਵਾ ਚੁੱਕੀ ਸੀਗੀ, ਆਪਦਾ ਪੁੱਤਰ ਧੀ ਆਪਦਾ ਖਾਨਦਾਨ ਸਭ ਗਵਾ ਚੁੱਕੀ ਸੀਗੀ। ਤਾਂ ਲੋਕਾਂ ਨੇ ਜਦੋਂ ਉਹਨਾਂ ਦੇ ਘਰ ਵਿੱਚ ਗਏ ਤਾਂ ਉਹਨਾਂ ਨੂੰ ਬੋਲੇ ਕਿ ਇਹੋ ਕੀ ਇਹਦਾ ਨਾਮ ਹੀ ਨਹੂਮੀ ਹੈ, ਇਹਦਾ ਕੀ ਨਾਮ ਹੈ? ਨਹੂਮੀ ਹੈ। ਉਹ ਕਹਿੰਦੇ ਮੇਰਾ ਨਾਮ ਨਹੂਮੀ ਨਾ, ਮੈਨੂੰ ਨਹੂਮੀ ਕੋਈ ਨਾ ਆਖੋ, ਮੈਨੂੰ ਨਾਮ ਨਹੂਮੀ ਆਖੋ, ਮੈਨੂੰ ਨਾ ਹੋਣੀ ਆਖੋ। ਮੇਰੇ ਕੋਲ ਹੁਣ ਕੁਝ ਨਹੀਂ ਰਿਹਾ, ਮੇਰਾ ਕੁਝ ਨਹੀਂ ਹੈਗਾ। ਰੁਪਈਆ ਉੱਥੋਂ ਤੋੜੀ ਜੋ ਬੈਤਲਮ ਵਿੱਚ ਆਈ। ਜਦੋਂ ਬੈਤਲਮ ਵਿੱਚ ਆਈ ਆ ਵੜੀ ਤਾਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ। ਇੱਥੋਂ ਤੀਵੀਂ ਬੋਲੀ ਕਿ ਇਹ ਨੋਮੀ ਹੈ। ਉਸ ਨੇ ਉਹਨੂੰ ਆਖਿਆ ਮੈਨੂੰ ਨਾ ਨੋਮੀ ਨਾ ਆਖੋ, ਮੈਨੂੰ ਨਾ ਉਮੀ ਹਾਂ ਮੈਨੂੰ ਮਾਰਾ ਆਖੋ, ਕਿਉਂ ਜੋ ਮੈਂ ਸਬਰ ਸ਼ਕਤੀਮਾਨ ਨੇ ਮੇਰੇ ਨਾਲ ਡਾਢੀ ਕੜਤਣ ਦਾ ਕੰਮ ਕੀਤਾ ਹੈ। ਮੈਂ ਭਾਰਾ ਪੱਲਾ ਨਿਕਲੀ ਸੀ, ਪਰ ਯਹੋਵਾ ਨੇ ਮੈਨੂੰ ਸਖਣੀ ਮੋੜ ਲਿਆਇਆ ਹੈ। ਫਿਰ ਤੁਸੀਂ ਮੈਨੂੰ ਨਹੂਮੀ ਕਿਉਂ ਆਖਦੀਆਂ ਹੋ? ਤੁਸੀਂ ਵੇਖਦੇ ਹੋ ਜੋ ਯਹੋਵਾ ਮੇਰੇ ਵਿਰੋਧੀ ਬਣਿਆ ਅਤੇ ਸਬਰ ਸ਼ਕਤੀਮਾਨ ਮੈਨੂੰ ਦੁੱਖ ਦਿੱਤਾ। ਗੱਲ ਕਾਦੀ? ਨਹੂਮੀ ਅਤੇ ਉਹਦੇ ਨਾਲ ਦਿਆਂ ਮੁਆਬਣਾ ਰੂਤ ਉਸ ਨੂੰ ਮੁਆਬ ਦੇ ਦੇਸ਼ ਵਿੱਚ ਮੁੜ ਆਈ ਅਤੇ ਜਾਵਾਂ। ਹਾਲੇਲੂਇਆ। ਔਰ ਬਾਣੀ 'ਚ ਲਿਖਿਆ ਹੈ ਕਿ ਜਦ ਅਸੀਂ ਇਸ ਬਾਣੀ ਨੂੰ ਪੜ੍ਹਦੇ ਹਾਂ ਤੇ ਉੱਥੇ ਲਿਖਿਆ ਵਾਪਸ ਆ ਗਏ। ਕੀ ਆ ਗਏ? ਉਹ ਵਾਪਸ ਆ ਗਏ। ਜਦੋਂ ਵਾਪਸ ਆ ਗਏ ਤਾਂ ਉਹ ਸ਼ਹਿਰ ਦੇ ਵਿੱਚ ਤਾਂ ਲੋਕ ਉਹਨੂੰ ਨਹੂਮੀ ਆ ਕੇ ਮਿਲਣ ਆਏ। ਉਹ ਕਹਿੰਦਾ ਮੈਨੂੰ ਨਾ ਨਹੂਮੀ ਨਾ ਆਖੋ, ਮੈਨੂੰ ਮਾਰਾ ਆਖੋ। ਮੈਨੂੰ ਕੀ ਆਖੋ? ਮਾਰਾ ਆਖੋ। ਕੀ ਆਖੋ? ਮੈਨੂੰ ਮਾਰਾ ਆਖੋ, ਕਿਉਂਕਿ ਮੈਨੂੰ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਮਾਰਿਆ ਹੈ। ਮੇਰੇ ਤੇ ਦੁੱਖ ਲੈ ਕੇ ਆਂਦਾ ਹੈ। ਮੇਰੇ ਤੇ ਕੀ ਲੈ ਕੇ ਆਂਦਾ ਹੈ? ਦੁੱਖ ਲੈ ਕੇ ਆਂਦਾ ਹੈ। ਕਈ ਵਾਰ ਇਨਸਾਨ ਇਸ ਗੱਲ ਤੋਂ ਅਣਜਾਣ ਰਹਿੰਦਾ ਕਿ ਜਿਹੜਾ ਵੀ ਸਾਡੇ ਕੋਲ ਦੁੱਖ ਹੈ, ਤਕਲੀਫ ਹੈ, ਪਰੇਸ਼ਾਨੀ ਹੈ, ਇਹ ਥੋੜੇ ਸਮੇਂ ਦੇ ਲਈ। ਇਹ ਕੀ ਹੈ? ਥੋੜੇ ਸਮੇਂ ਦੇ ਲਈ। ਸਾਡੀਆਂ ਆਸ਼ੀਸ਼ਾਂ ਤਾਂ ਸਾਡੇ ਕੋਲ ਹੈਗੀਆਂ ਨੇ, ਸਾਡੀਆਂ ਬਰਕਤਾਂ ਤਾਂ ਸਾਡੇ ਕੋਲ ਹੈਗੀਆਂ ਨੇ। ਸਾਨੂੰ ਛੱਡਣ ਦੀ, ਸਾਨੂੰ ਭੱਜਣ ਦੀ ਜ਼ਰੂਰਤ ਨਹੀਂ ਹੁੰਦੀ। ਸਾਨੂੰ ਆਪਣੇ ਬੈਤਲਹਮ ਨੂੰ, ਆਪਣੇ ਯਰੂਸ਼ਲਮ ਨੂੰ ਛੱਡਣ ਦੀ ਜ਼ਰੂਰਤ ਨਹੀਂ ਹੁੰਦੀ। ਅਸੀਂ ਬਹੁਤ ਵਾਰ ਆਪਣੇ ਯਰੂਸ਼ਲਮ ਤੋਂ ਭੱਜ ਕੇ ਇੱਕ ਸੁਖਦਾਇਕ ਹਨਾ, ਬਹੁਤ ਹੀ ਵਧੀਆ, ਜਿੱਥੇ ਹਰਾ ਚਾਰਾ ਹੈ, ਸਭ ਕੁਝ ਮਿਲਦਾ ਹੈ, ਠੰਡਾ ਪਾਣੀ ਮਿਲਦਾ ਹੈ,
ਭੱਜ ਕੇ ਅਸੀਂ ਉਹਦੇ ਵੱਲ ਜਾਂਦੇ ਆ। ਹਾਲੇਲੂਇਆ। ਅਸੀਂ ਭੱਜ ਕੇ ਕਿੰਨੇ ਵੱਲ ਜਾਂਦੇ ਆ? ਉਹਦੇ ਵੱਲ ਜਾਂਦੇ ਆ। ਪਰ ਉਸ ਜਗ੍ਹਾ ਤੇ ਕੀ ਹੁੰਦਾ ਹੈ, ਜਿਵੇਂ ਕਿ ਰਾਜਸਥਾਨ ਦੇ ਵਿੱਚ ਜਾਈਏ ਤਾਂ ਉੱਥੇ ਰੇਤ ਚਮਕਦੀ ਹੈ ਔਰ ਦੂਰੋਂ ਵੇਖ ਕੇ ਜਿਹੜਾ ਪਿਆਸਾ ਇਨਸਾਨ ਸਮਝਦਾ ਹੈ ਕਿ ਉਸ ਜਗ੍ਹਾ ਤੇ ਬੜਾ ਵੱਡਾ ਤਲਾਬ ਹੈਗਾ ਆ। ਉਸ ਜਗ੍ਹਾ ਤੇ ਕੀ ਹੈ? ਵੱਡਾ ਤਲਾਬ ਹੈ ਜਿਸ ਦੇ ਦੁਆਰਾ ਮੇਰੀ ਪਿਆਸ ਬੁਝ ਸਕਦੀ ਹੈ। ਹਾਲੇਲੂਇਆ। ਉਸ ਦੇ ਦੁਆਰਾ ਮੇਰੀ ਕੀ ਬੁਝ ਸਕਦੀ ਹੈ? ਪਿਆਸ ਬੁਝ ਸਕਦੀ ਹੈ। ਨਹੂਮੀ ਨੇ ਵੀ ਸ਼ਾਇਦ ਇਸੇ ਪ੍ਰਕਾਰ ਕੀਤਾ ਕਿ ਮੈਂ ਮੋਆਬ ਸ਼ਹਿਰ ਵਿੱਚ ਚਲੀ ਜਾਵਾਂਗੀ, ਉੱਥੇ ਸੁੱਖ ਨਾਲ ਬਹਿ ਕੇ ਰੋਟੀ ਖਾਵਾਂਗੀ, ਉੱਥੇ ਸੁੱਖ ਨਾਲ ਰਵਾਂਗੀ, ਮੇਰਾ ਜੀ ਮੇਰਾ ਖਾਨਦਾਨ ਵਧਦਾ ਜਾਵੇਗਾ, ਅਸੀਂ ਭੁੱਖਮਰੀ ਤੋਂ ਬਚ ਜਾਵਾਂਗੀਆਂ। ਕਿਉਂਕਿ ਬਾਣੀ 'ਚ ਲਿਖਿਆ ਕਿ ਵੱਡੇ ਧਨ ਦੇ ਨਾਲ ਮੋਆਬ ਸ਼ਹਿਰ ਗਈ। ਕਿੱਥੇ ਗਈ ਸੀਗੀ? ਵੱਡੇ ਭਾਰੀ ਪੱਲੇ ਨਾਲ, ਭਾਰੀ ਪੱਲੇ ਦੇ ਨਾਲ, ਵੱਡੇ ਧਨ ਦੇ ਨਾਲ, ਪੂਰੀ ਇੱਜ਼ਤ ਮਾਨ ਦੇ ਨਾਲ ਉਸ ਜਗ੍ਹਾ ਨੂੰ ਛੱਡ ਕੇ, ਜਿਸ ਜਗ੍ਹਾ ਤੇ ਬਰਕਤ ਸੀਗੀ, ਜਿਸ ਜਗ੍ਹਾ ਤੇ ਆਸ਼ੀਸ਼ ਸੀਗੀ, ਉਸ ਨੂੰ ਛੱਡ ਕੇ ਇੱਕ ਇਹੋ ਜਿਹੇ ਸ਼ਹਿਰ ਦੇ ਵਿੱਚ ਗਈ ਜਿੱਥੇ ਚਮਕਣ ਵਾਲੀਆਂ ਚੀਜ਼ਾਂ ਸੀਗੀਆਂ। ਕੀ ਸੀਗੀਆਂ? ਚਮਕਣ ਵਾਲੀਆਂ ਚੀਜ਼ਾਂ ਸੀਗੀਆਂ। ਭੈਣਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਹਰ ਇੱਕ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ। ਹਾਲੇਲੂਇਆ। ਹਰ ਇੱਕ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ। ਨਹੀਂ ਫਿਰ ਉਹੀ ਪਸੰਦ ਕਰਦੇ ਨੇ। ਹਾਲੇਲੂਇਆ। ਤੇ ਸਭ ਤੋਂ ਜ਼ਿਆਦਾ ਸੀ ਜਿਹੜੀਆਂ ਜ਼ਿਆਦੀਆਂ ਚਮਕਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਪਸੰਦ ਕਰਦੇ ਆ। ਉਸ ਦੇ ਵੱਲ ਸਾਡੀ ਦੌੜ ਬਹੁਤ ਜ਼ਿਆਦਾ ਹੁੰਦੀ ਹੈ। ਸਾਡੀ ਦੌੜ ਬਹੁਤ ਜ਼ਿਆਦਾ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਸਾਨੂੰ ਚੀਜ਼ਾਂ ਮਿਲਣ ਪਰ ਸਾਡੇ ਘਰ ਵਿੱਚ ਆ ਜਾਣ। ਪਰ ਕੀ ਹੁੰਦੀਆਂ ਨੇ ਜਦੋਂ ਲਈਦੀਆਂ ਨੇ ਤੇ ਬੜੇ ਮਹਿੰਗੇ ਮੁੱਲ ਦੀਆਂ ਹੁੰਦੀਆਂ ਨੇ। ਜਦੋਂ ਲਈਦੀਆਂ ਨੇ ਤੇ ਦੱਸੋ ਅੱਜ ਦਾ ਗੱਲ ਦਾ ਹਾਵਲਾ ਨਾ ਹੋਵੇ ਨਾ, ਪੈਣਾ ਨੇ 500 ਤੋਂ 1200 ਤੋਂ ਘੱਟ ਮਿਲਦਾ ਨਹੀਂ। ਤੇ ਜਦੋਂ ਲੈ ਆਉਂਦੀਆਂ ਨੇ ਘਰ 'ਚ ਇੱਕ ਵਾਰੀ ਪਾ ਲੈਣ ਫਿਰ ਕਿੱਥੇ ਪਿਆ ਹੁੰਦਾ? ਹਾਂ ਜਾਲੇ ਪਿਆ ਹੁੰਦਾ ਹੈ ਛਤੀਆਂ ਤੇ ਜਾਲਿਆਂ ਚ ਹੋਰ ਕਿਤੇ ਰੱਖਣਾ ਹੁੰਦਾ। ਫਿਰ ਪਤਾ ਕਿੰਨਾ ਕੋਲ ਹੁੰਦਾ? ਜਵਾਕਾਂ ਕੋਲ ਆਲਾ ਪੁੱਤ ਤੂੰ ਖੇਡਦਾ ਹੋਵੇ। ਹਾਲੇਲੂਇਆ। ਇਸੇ ਤਰ੍ਹਾਂ ਨਹੂਮੀ ਨਾਲ ਵੀ ਹੋਇਆ। ਉਸਨੇ ਵੀ ਜਿਹੜੀ ਚੀਜ਼ ਸੀਗੀ, ਜਿਹੜੀ ਚਮਕਣ ਵਾਲੀ ਚੀਜ਼ ਦੇ ਮਗਰ ਭੱਜ ਪਈ। ਸੁਖਦਾਇਕ ਇੱਕ ਲਗਜ਼ਰੀ ਲਾਈਫ ਜਿਹੜੀ ਸੀਗੀ ਉਹਦੇ ਮਗਰ ਭੱਜ ਪਈ ਔਰ ਉੱਥੇ ਜਾ ਕੇ ਆਪਣਾ ਸਾਰਾ ਕੁਝ ਲਟਾ ਕੇ ਆ ਗਈ। ਉਹਨੇ ਕੋਲ ਨਾ ਹੁਣ ਪੁੱਤਰ ਲਿਆ, ਨਾ ਹੁਣ ਪੁੱਤਰ ਲਿਆ, ਨਾ ਘਰ ਵਾਲਾ ਲਿਆ, ਨਾ ਉਹਦਾ ਜਿਹੜਾ ਵੱਡਾ ਪਲੜਾ ਸੀਗਾ, ਭਾਰੀ ਪਲੜਾ ਸੀਗਾ, ਉਹ ਵੀ ਉਸ ਜਗ੍ਹਾ ਤੇ ਝਾੜ ਕੇ ਆ ਗਈ। तो ਹੁਣ ਕੀ ਹੱਥ ਖਾਲੀ ਨੇ। ਹੱਥ ਕੀ ਨੇ? ਖਾਲੀ ਨੇ। और आ के किन्ना विच रो रही है? आधे लोगों विच रो रही है कि परमेश्वर ने मेरे नाल बड़ा माड़ा कीता है। अज भी असीं परिवार में हुंदा है। ਅਸੀਂ ਬਾਹਰ ਜਦੋਂ ਸਾਡੇ ਕੋਲ ਬਾਹਰੇ ਦੁੱਖ ਆ ਜਾਂਦੇ, ਪਰੇਸ਼ਾਨੀਆਂ ਆ ਜਾਂਦੀਆਂ ਨੇ, ਫਿਰ ਅਸੀਂ ਆਦੇ ਪਾਸਟਰ ਤੋਂ ਜਾਣ ਲੱਗੇ ਬੜਾ ਡਰ ਲੱਗਦਾ। ਭਲਾ ਕਿਉਂ? ਸਾਨੂੰ ਫਿਰ ਆਦੇ ਪਾਸਟਰ ਦੇ ਨਾਲ ਗੱਲਬਾਤ ਕਰਨ ਲੱਗੇ ਬੜੀ ਸ਼ਰਮ ਆਉਂਦੀ। ਆਦੇ ਪਾਸਟਰ ਦੇ ਨਾਲ ਗੱਲਬਾਤ ਕਰਨ ਲੱਗਿਆ ਵੀ ਸ਼ਰਮ ਆਉਂਦੀ ਹੈ। ਪਾਸਟਰ ਜੀ ਸਾਡਾ ਤਾਂ ਘਰ ਉਜੜ ਗਿਆ, ਪਾਸਟਰ ਜੀ ਸਾਡਾ ਘਰ ਖੇਰੂ ਖੇਰੂ ਹੋ ਗਿਆ, ਸਾਡੇ ਘਰ ਵਿੱਚ ਕੋਈ ਬਰਕਤ ਨਹੀਂ ਰਹਿ ਗਈ, ਮੈਂ ਕਰਜ਼ਾਈ ਹੋਈ ਪਈ ਆ, ਸਾਡੇ ਘਰ ਵਿੱਚ ਬਰਬਾਦੀ ਤੇ ਬਰਬਾਦੀ ਆ ਗਈ। ਅੱਜ ਉਹ ਵੀ ਜਿਹੜੀ ਨਹੂਮੀ ਸੀਗੀ ਉਹ ਆ ਕੇ ਆਪਣੇ ਲੋਕਾਂ ਨੂੰ ਦੱਸ ਰਹੀ ਹੈ कि सर्व शक्तिमान परमेश्वर ने मेरे नाल माड़ा कीता है, मैंने दुख दिता है, मैं बहुत ज्यादा दुखी हाँ। सर्व शक्तिमान ने मैनू बड़ा दुख दिता है और मैं नहूमी नहीं रही हाँ, मैनू मारा आखो। हालेलुया। बोलो प्रभु यीशु मसीह की, मैनू की आखो? मारा आखो। पर परमेश्वर जहां तुसी परमेश्वर नू प्यार करते हो, परमेश्वर दे कोल मुड़दे हो, अपनी चर्च दे विच आउंदे हो,
ਆਪਣੇ ਬੈਤਲ ਦੇ ਹਮ ਦੇ ਵਿੱਚ ਆਉਂਦੇ ਹੋ, ਇੱਕ ਸੁਰੱਖਿਅਤ ਜਗ੍ਹਾ ਤੇ ਜਿੱਥੇ ਤੁਸੀਂ ਤੁਹਾਡੀ ਆਤਮਾ ਦੀ ਨੀਂਹ ਮਜ਼ਬੂਤ ਹੁੰਦੀ ਹੈ, ਉਸ ਚਰਚ ਦੇ ਵਿੱਚ ਆਉਂਦੇ ਹੋ। ਜਿੱਥੇ ਤੁਹਾਡਾ ਆਤਮਾ ਉਨਤੀ ਪਾਉਂਦਾ ਹੈ, ਉਸ ਚਰਚ ਦੇ ਵਿੱਚ ਆਉਂਦੇ ਹੋ। ਤਾਂ ਮੇਰੇ ਅਜ਼ੀਜ਼ ਭੈਣ ਭਾਈਓ, ਪਰਮੇਸ਼ਰ ਤੁਹਾਨੂੰ ਆਪਣੀ ਆਸ਼ੀਸ਼ ਦੇ ਨਾਲ ਭਰੇਗਾ। ਉਸ ਉਨਤੀ ਵੱਲ, ਆਤਮਾ ਦੇ ਵੱਲ ਤੁਸੀਂ ਜਾਓਗੇ, ਉਨਤੀ ਵੱਲ। ਹਾਲੇਲੂਇਆ। ਪਹਿਲਾਂ ਇੱਧਰ ਧਿਆਨ ਕਰੋ, ਕੋਈ ਗੱਲ ਨਹੀਂ, ਅੰਕਲ ਤਾਂ ਲੈ ਜਾਣੇ ਕਰਨਾ। ਹਾਲੇਲੂਇਆ। ਕਿਉਂਕਿ ਆਤਮਾ ਦਾ ਮਾਹੌਲ ਬਣਿਆ ਬਹੁਤ ਜ਼ਰੂਰੀ ਹੈ। ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਕੀ, ਪ੍ਰਭੂ ਯਿਸੂ ਮਸੀਹ ਕੀ। ਜਦੋਂ ਤੁਸੀਂ ਆਤਮਾ ਦੇ ਦਾਇਰੇ ਦੇ ਵਿੱਚ ਆ ਜਾਂਦੇ ਹੋ ਫਿਰ ਦੁਬਾਰਾ, ਤਾਂ ਫਿਰ ਤੁਹਾਡੀ ਉਨਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਪ੍ਰਕਾਰ ਬਾਣੀ ਚ ਲਿਖਿਆ ਹੈ, ਜਿਹੜੀ ਰੂਹ ਤੇ ਜਿਹੜੀ ਮੋਮੀ ਹੈ ਉਹ ਆਪਣੇ ਲੋਕਾਂ ਦੇ ਵਿੱਚ ਆ ਗਈ, ਤਾਂ ਉਹ ਪਰਮੇਸ਼ਰ ਨੇ ਜਿਹੜੀ ਦੂਸਰੀ ਕੌਮ ਦੀ ਸੀਗੀ, ਦੂਸਰੀ ਜਾਤੀ ਦੀ ਸੀਗੀ, ਦੂਸਰੀ ਦੇਸ਼ ਦੀ ਸੀਗੀ, ਪਰਮੇਸ਼ਰ ਨੇ ਉਹਨੂੰ ਆਪਣੇ ਕੀ ਲਾ ਲਿਆ ਏ, ਗੱਲ ਨਾਲ ਲਾ ਲਿਆ। ਕੀ ਲਾ ਲਿਆ ਉਹਨੂੰ? ਆਪਣੇ ਗੱਲ ਨਾਲ ਲਾ ਲਿਆ। ਅੱਜ ਵੀ ਪਰਮੇਸ਼ਰ ਸਾਨੂੰ ਵੀ ਗੱਲ ਨਾਲ ਲਾਉਣਾ ਚਾਹੁੰਦਾ ਹੈ। ਜੇਕਰ ਅਸੀਂ ਆਪਣੇ ਪਾਪਾਂ ਤੋਂ, ਆਪਣੇ ਗੁਨਾਹਾਂ ਤੋਂ, ਆਪਣੇ ਭੈੜੇ ਰਾਹਾਂ ਤੋਂ ਮੁੜਾਂਗੇ, ਤਾਂ ਪਰਮੇਸ਼ਰ ਚਾਹੁੰਦਾ ਕਿ ਅਸੀਂ ਉਨਤੀ ਵੱਲ ਜਾਈਏ। ਕਿੱਥੇ ਜਾਈਏ? ਉਨਤੀ ਵੱਲ ਜਾਈਏ। ਅਸੀਂ ਉਹਦੀ ਆਤਮਾ ਦੀ ਦੁਆਰ ਨੂੰ ਹੋਰ ਜ਼ਿਆਦਾ ਉੱਚਾ ਉੱਚਾ ਕਰਦੇ ਜਾਈਏ, ਤਾਂ ਜੋ ਸਾਡਾ ਜੀਵਨ ਪਰਮੇਸ਼ਰ ਦੇ ਵਿੱਚ ਇੱਕ ਜਲਾਲ ਦੇ ਲਈ ਠਹਿਰ ਜਾਵੇ। ਲੋਕ ਕਹਿਣ, ਹਾਂ ਭਾਈ ਇਹ ਪ੍ਰਭੂ ਯਿਸੂ ਮਸੀਹ ਨੂੰ ਮੰਨਦਾ ਹੈ, ਇਹਦੀ ਜ਼ਿੰਦਗੀ ਦੇ ਵਿੱਚ ਕੋਈ ਪਾਪ ਨਹੀਂ ਹੈ, ਇਹਦੀ ਜ਼ਿੰਦਗੀ ਦੇ ਵਿੱਚ ਕੋਈ ਮਾੜਾ ਕੰਮ ਨਹੀਂ ਹੈ, ਕਿਉਂਕਿ ਇਹ ਸੱਚਾ ਔਰ ਸੁੱਚਾ ਪਰਮੇਸ਼ਰ ਦਾ ਬੰਦਾ ਹੈਗਾ ਆ। ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਕੀ। ਸਾਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਭੇਟ ਦੇਣੀ ਚਾਹੀਦੀ ਹੈ, ਸੱਚੀ ਸੁੱਚੀ ਭੇਟ ਦੇਣੀ ਚਾਹੀਦੀ ਹੈ। ਜਦ ਉਸ ਰੂਤ ਨੇ, ਉਸ ਨੌਮੀ ਨੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਐਕਸੈਪਟ ਕਰ ਲਿਆ, ਆਪਣੇ ਪਾਪਾਂ ਤੇ ਆਪਣੇ ਗੁਨਾਹਾਂ ਨੂੰ ਛੱਡ ਦਿੱਤਾ, ਜੋ ਪਿਛਲੇ ਵਾਰ ਨੂੰ ਗਲਤੀ ਸੀ, ਆਪਣੇ ਯਰੂਸ਼ਲਮ ਦੇ ਵਿੱਚ, ਬੈਤਲਹਮ ਦੇ ਵਿੱਚ ਆ ਗਈ, ਤਾਂ ਪਰਮੇਸ਼ਰ ਨੇ ਉਹਨੂੰ ਉੱਚਾ ਕੀਤਾ। ਹਾਲੇਲੂਇਆ। ਤਾਂ ਪਰਮੇਸ਼ਰ ਨੇ ਉਹਨੂੰ ਕੀ ਕਰ ਦਿੱਤਾ? ਉੱਚਾ ਕੀਤਾ। ਆਪਣੇ ਲੋਕਾਂ ਦੇ ਵਿੱਚ ਉਸ ਨੂੰ ਉੱਚਾ ਕੀਤਾ, ਉਹਦੇ ਖਾਨਦਾਨ ਦੇ ਵਾਰਸ ਨੂੰ ਉਹਨੂੰ ਉੱਚਾ ਕੀਤਾ, ਉਹਦਾ ਖਾਨਦਾਨ ਦੇ ਵਾਰਸ ਨੂੰ ਉਹਨੂੰ ਮੋੜ ਦਿੱਤਾ। ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਕੀ। ਪਰਮੇਸ਼ਰ ਹੀ ਸਾਨੂੰ ਉੱਚਾ ਕਰਨਾ ਚਾਹੁੰਦਾ ਹੈ, ਸਾਨੂੰ ਸਾਡੇ ਖਾਨਦਾਨ ਦੇ ਵਿੱਚ ਉੱਚਾ ਕਰਨਾ ਚਾਹੁੰਦਾ ਹੈ, ਸਾਡੇ ਜੀਵਨ ਦੇ ਵਿੱਚ ਉਹਦਾ ਨਾਮ ਜਲਾਲ ਪਾਉਣਾ ਚਾਹੁੰਦਾ ਹੈ, ਸਾਡੇ ਜੀਵਨ ਦੇ ਵਿੱਚ ਇੱਕ ਸੱਚਮੁੱਚ ਲੋਕਾਂ ਦੇ ਲਈ ਇੱਕ ਸਰਾਹਨਾ ਦੇ ਕਾਰਨ ਬਣਾਉਣਾ ਚਾਹੁੰਦਾ ਹੈ। ਲੋਕ ਤੁਹਾਡੀ ਮਹਿਮਾ ਨੂੰ ਜਾਣਨ, ਇਹ ਦਿਖਾਉਣਾ ਚਾਹੁੰਦਾ ਹੈ ਕਿ ਮੇਰੇ ਬੱਚੇ ਕਦੇ ਵੀ ਟੁਕੜੇ ਮੰਗਦੇ ਨਾ ਰਹਿਣਗੇ, ਬਲਕਿ ਉਹਨਾਂ ਦੇ ਘਰ ਦੇ ਵਿੱਚ ਬਰਕਤਾਂ ਤੇ ਬਰਕਤਾਂ ਰਹਿਣਗੀਆਂ। ਪਰ ਕਾਰਨ ਇਹ ਆ, ਜਦ ਅਸੀਂ ਆਪਣੇ ਯਰੂਸ਼ਲਮ ਦੇ ਵਿੱਚ ਆਵਾਂਗੇ, ਜਦ ਅਸੀਂ ਆਪਣੇ ਬੈਤਲਹਮ ਦੇ ਵਿੱਚ ਆਵਾਂਗੇ, ਜਿੱਥੇ ਸਾਡੀ ਉਨਤੀ ਹੁੰਦੀ ਹੈ। ਕੀ ਹੁੰਦੀ ਹੈ? ਜਦ ਉਨਤੀ ਹੁੰਦੀ ਹੈ। ਜਦ ਰੂਤ ਨੇ, ਜਦ ਉਹ ਨੌਮੀ ਨੇ ਸਭ ਕੁਝ ਗਵਾ ਲਿਆ, ਤਾਂ ਫਿਰ ਦੁਬਾਰਾ ਕਿੱਥੇ ਆਉਣਾ ਪਿਆ? ਉਸ ਜਗ੍ਹਾ ਤੇ ਜਿੱਥੋਂ ਆਈ ਸੀ। ਪਰਮੇਸ਼ਰ ਸਭਨਾਂ ਨੂੰ ਪਿਆਰ ਕਰਦਾ ਹੈ। ਕੀ ਕਰਦਾ ਹੈ? ਸਭਨਾਂ ਨੂੰ ਪਿਆਰ ਕਰਦਾ ਹੈ। ਉਹੀ ਇੱਜ਼ਤ ਮਾਨ ਦਿੱਤੀ, ਉਹੀ ਧਨ ਦੌਲਤ ਦਿੱਤਾ, ਪਰ ਪਰਮੇਸ਼ਰ ਨੇ ਉਹਨਾਂ ਦੇ ਲੋਕਾਂ ਦੇ ਵਿੱਚ ਉਹਨੂੰ ਫਿਰ ਦੁਬਾਰਾ ਜ਼ਿੰਦਾ ਕੀਤਾ, ਉਹਦੇ ਨਾਮ ਨੂੰ ਨੌਵੀਂ ਮਤਲਬ ਕਿ ਚਮਕਾਇਆ, ਫਿਰ ਦੁਬਾਰਾ ਉਹਦਾ ਨਾਮ ਨੂੰ ਉੱਚਾ ਕੀਤਾ। ਸੋ ਚਾਹੁੰਦਾ ਪਰਮੇਸ਼ਰ ਵੀ ਸਾਨੂੰ ਉੱਚਾ ਕਰਨਾ ਚਾਹੁੰਦਾ ਹੈ, ਪ੍ਰਭੂ ਯਿਸੂ ਮਸੀਹ ਵੀ ਸਾਨੂੰ ਉੱਚਾ ਕਰਨਾ ਚਾਹੁੰਦਾ ਹੈ। ਹਾਲੇਲੂਇਆ। ਅਸੀਂ ਆਪਣੀਆਂ ਸਾਰੀਆਂ ਟੈਨਸ਼ਨਾਂ ਜੇਕਰ ਉਹਦੇ ਹੱਥਾਂ ਵਿੱਚ ਸੌਂਪਾਂਗੇ, ਸਾਰੀਆਂ ਪਰੇਸ਼ਾਨੀਆਂ ਉਹਦੇ ਹੱਥਾਂ ਵਿੱਚ ਸੌਂਪਾਂਗੇ, ਤਾਂ ਪਰਮੇਸ਼ਰ ਸਾਨੂੰ ਉੱਚਾ ਕਰੇਗਾ। ਹਾਲੇਲੂਇਆ। ਆਓ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਪ੍ਰਾਰਥਨਾ ਕਰਾਂਗੇ, ਯਹੋਵਾ ਪਰਮੇਸ਼ਰ ਕਿ ਸੱਚਮੁੱਚ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਸੌਂਪਦੀ ਹਾਂ। ਖੁਦਾਵੰਦ ਪ੍ਰਭੂ ਯਿਸੂ ਮਸੀਹ, ਸਾਡੇ ਘਰ ਵਿੱਚ ਤੇਰੀ ਆਸ਼ੀਸ਼ ਬਰਕਤ ਠਹਿਰੇ। ਪ੍ਰਭੂ ਯਿਸੂ ਮਸੀਹ, ਮੈਂ ਤੇਰੇ ਬੈਤਲਹਮ ਦੇ ਵਿੱਚ, ਮੈਂ ਤੇਰੇ ਯਰੂਸ਼ਲਮ ਦੇ ਵਿੱਚ ਬਿਠਾਵਾਂਗਾ। ਪ੍ਰਭੂ ਯਿਸੂ ਮਸੀਹ,